ਇਹ ਜਿਹੜੀ ਮੈਂ ਪ੍ਰੈਸ ਕਾਨਫਰੰਸ ਕਰਨ ਜਾ ਰਿਹਾ ਇਹ ਸਾਡੀ ਬਾਰ ਦੇ ਵਿੱਚ ਹੋਈਆਂ ਚੋਣਾਂ 6/11/2020 ਨੂੰ ਵਿੱਚ ਹੋਈ ਧਾਂਦਲੀ ਔਰ ਆਪਸ ਵਿੱਚ ਬੰਦਿਆਂ ਦੀ ਮਿਲੀ ਭਗਤ ਕਰਕੇ ਆਪਣੇ ਚਹੀਤੇ ਨੁਮਾਇੰਦਿਆਂ ਨੂੰ ਬਣਾਉਣ ਦੀ ਖਾਤਰ ਜਾਲੀ ਵੋਟਾਂ ਪਾ ਕੇ ਬੋਗਸ ਵੋਟਾਂ ਪਾ ਕੇ ਉਹਨਾਂ ਨੂੰ ਕੁਰਸੀ ਤੇ ਬਿਠਾਉਣ ਦੀ ਨੀਅਤ ਨਾਲ ਇਹ ਇਲੈਕਸ਼ਨ ਕਰਾਈ ਗਈ ਹੈ। ਇਸ ਇਲੈਕਸ਼ਨ ਨੂੰ ਕਰਾਉਣ ਲਈ ਜਿਹੜੇ ਬਾਰ ਕੌਂਸਲ ਦੇ ਰੂਲ 2015 ਦੇ ਸਾਡੇ ਰੂਲ ਨੇ ਉਹਨਾਂ ਦੀ ਸ਼ਰੇਆਮ ਇਹਨਾਂ ਨੇ ਧੱਚੀਆਂ ਉਡਾਈਆਂ ਨੇ। ਕੋਈ ਵੀ ਰੂਲ ਐਂਡ ਰੈਗੂਲੇਸ਼ਨ ਨੂੰ ਫੋਲੋ ਨਹੀਂ ਕੀਤਾ ਇਹਨਾਂ ਨੇ। ਜੋ ਸਾਨੂੰ ਬਾਰ ਕੌਂਸਲ ਨੇ ਰੂਲ ਐਂਡ ਰੈਗੂਲੇਸ਼ਨ ਦਿੱਤੇ ਨੇ ਉਹਨਾਂ ਦੀ ਇਹਨਾਂ ਨੇ ਕੋਈ ਵੀ ਪਾਲਣਾ ਨਹੀਂ ਕੀਤੀ। ਇਹ ਜਿਹੜੀ ਇਲੈਕਸ਼ਨ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਮੈਨੂਪੂਲੇਸ਼ਨ ਦੇ ਤਰੀਕੇ ਨਾਲ ਤਿਆਰ ਕੀਤੀ ਗਈ ਸੀ, ਜਿਹਦੇ ਵਿੱਚ ਉਹਨਾਂ ਨੇ ਆਪਣੇ ਨੁਮਾਇੰਦੇ ਪਹਿਲਾਂ ਹੀ ਡਿਸਾਈਡ ਕੀਤੇ ਹੋਏ ਸੀ। ਔਰ ਇਸ ਵਿੱਚ ਸਾਡੇ ਸ਼੍ਰੀ ਹਰੀਸ਼ ਰਾਏ ਟਾਂਡਾ ਜੀ ਜੋ ਕਿ ਬਾਰ ਕੌਂਸਲ ਦੇ ਮੈਂਬਰ ਨੇ ਉਹਨਾਂ ਨੇ ਐਕਟਿਵ ਰੋਲ ਪਲੇ ਕੀਤਾ। ਇਹ ਜਿਹੜੀ ਕਮੇਟੀ ਬਾਰ ਕੌਂਸਲ ਵੱਲੋਂ ਅਪੁਆਇੰਟ ਕੀਤੀ ਗਏ ਅਬਜ਼ਰਵਰ ਅਪੁਆਇੰਟ ਕੀਤੇ ਗਏ ਇਹ ਸਾਰੇ ਉਹਨਾਂ ਦੇ ਕਹਿਣ ਮੁਤਾਬਕ ਅਪੁਆਇੰਟ ਕੀਤੇ ਗਏ ਆ। ਜਿਹੜੇ ਬਾਰ ਕੌਂਸਲ ਦਾ ਵੱਲੋਂ ਸਾਡੀ ਇਲੈਕਸ਼ਨ ਨੂੰ ਕਰਾਉਣ ਲਈ ਚੇਅਰਮੈਨ ਕਮੇਟੀ ਬਣਾਇਆ ਗਿਆ ਹੈ ਉਹਦਾ ਕੋਈ ਵੀ ਸਾਡੀ ਐਸੋਸੀਏਸ਼ਨ ਦੇ ਵਿੱਚ ਜਾਂ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਕਿਤੇ ਵੀ ਕੋਈ ਵੀ ਉਹਦੀ ਪੋਸਟ ਨਹੀਂ ਹੈਗੀ। ਜਦ ਕਿ ਸਾਡੀ ਇਲੈਕਸ਼ਨ ਕਮੇਟੀ ਬਣਾਉਣ ਵਾਸਤੇ ਇੱਕ ਆਰਓ ਹੁੰਦਾ, ਉਹਦੇ ਨਾਲ ਸਬਸਟੀਟਿਊਟ ਏਆਰਓ ਹੁੰਦੇ ਆ ਤੇ ਇਲੈਕਸ਼ਨ ਟੀਮ ਹੁੰਦੀ ਹੈ। ਇਹ ਜਿਹੜੀ ਚੇਅਰਮੈਨ ਦੀ ਪੋਸਟ ਹੈ ਅਸੰਵਿਧਾਨਿਕ ਜਿਹੜੀ ਹੈ ਕ੍ਰੀਏਟ ਕੀਤੀ ਗਈ ਹੈ ਔਰ ਆਪਣੇ ਨੁਮਾਇੰਦਿਆਂ ਨੂੰ ਫਾਇਦਾ ਪਹੁੰਚਾਉਣ ਲਈ ਔਰ ਆਪਣੀ ਸੱਤਾ ਜਮਾਉਣ ਲਈ ਇਹ ਕੀਤੀ ਗਈ ਹੈ। ਅਸੀਂ ਇਹਦੀ ਪੂਰੀ ਜ਼ੋਰ ਨਾਲ ਨਖੇਦੀ ਕਰਦੇ ਹਾਂ ਔਰ ਅਸੀਂ ਇਲੈਕਸ਼ਨ ਦੇ ਦਰਮਿਆਨ ਇਹਦੀ ਕੰਪਲੇਂਟ ਜਾਲੀ ਬੋਗਸ ਉਹਦੀ ਵੋਟਾਂ ਦੇ ਲਈ ਆਰਓ ਨੂੰ ਤੇ ਇਹ ਆਪਣਾ ਚੇਅਰਮੈਨ ਨੂੰ ਇਸ ਬਾਰੇ ਦੱਸਿਆ, ਪਰ ਉਹਨਾਂ ਨੇ ਸਾਡੀ ਕੋਈ ਵੀ ਨਹੀਂ ਸੁਣੀ। ਈਵਨ ਕਿ ਜਿਹੜੇ ਬਾਰ ਕੌਂਸਲ ਵੱਲੋਂ ਅਬਜ਼ਰਵਰ ਅਪੁਆਇੰਟ ਕੀਤੇ ਗਏ ਸੀ ਜਿਨ੍ਹਾਂ ਨੇ ਪੂਰੀ ਇਲੈਕਸ਼ਨ ਨੂੰ ਅਬਜ਼ਰਵ ਕਰਨਾ ਸੀਗਾ, ਉਹ ਅਬਜ਼ਰਵ ਕਰਨ ਦੀ ਬਜਾਏ ਪੂਰੀ ਡਿਕਟੇਟਰਸ਼ਿਪ ਨਾਲ ਉਹਨਾਂ ਨੇ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰਦੇ ਹੋਏ ਨਜਾਇਜ਼ ਤਰੀਕੇ ਨੇ ਆਪਣੇ ਪੋਲਿੰਗ ਬੂਥਾਂ ਦੇ ਉੱਤੇ ਬੈਠੇ ਹੋਏ ਆਪਣੇ ਬਾਰ ਮੈਂਬਰ ਜਿਹੜੇ ਕਿ ਇਲੈਕਸ਼ਨ ਕਮੇਟੀ ਦੇ ਮੈਂਬਰ ਸੀਗੇ ਉਹਨਾਂ ਵੱਲੋਂ ਜਾਲੀ ਬੋਗਸ ਵੋਟਾਂ ਲੋਕਾਂ ਨੂੰ ਦੇ ਕੇ 10-10 15-15 ਵੋਟਾਂ ਜਾਲੀ ਦੇ ਕੇ ਉਹ ਬੈਲਟ ਬਾਕਸਾਂ ਦੇ ਵਿੱਚ ਪੋਲ ਕਰਾਈਆਂ। ਇੱਥੇ ਇਹ ਵੀ ਦੱਸਣਾ ਚਾਹੁੰਦਾ ਮੈਂ ਵੀ ਜਿਹੜੀ ਇਲੈਕਸ਼ਨ ਕਮੇਟੀ ਨੇ ਇਹ ਪ੍ਰੋਸੀਜਰ ਅਡੋਪਟ ਕੀਤਾ ਵੋਟ ਪਾਉਣ ਦਾ ਉਹ ਪਰਦੇ ਦੇ ਪਿੱਛੇ ਇਹਨਾਂ ਨੇ ਰੱਖਿਆ ਸੀਗਾ ਤਾਂ ਕਿ ਇਹਨਾਂ ਨੂੰ ਵੋਟਾਂ ਪਾਉਣ ਦੇ ਵਿੱਚ ਕੋਈ ਵੀ ਮੁਸ਼ਕਲ ਨਾ ਹੋਵੇ। ਇਸ ਲਈ ਇਹਨਾਂ ਨੇ ਉਹ ਧਾਂਦਲੀ ਕਰਨੀ ਸੀ ਉਹਦੇ ਵਿੱਚ ਇਲੈਕਸ਼ਨ ਦੇ ਵਿੱਚ ਤੇ ਤਾਂ ਕਰਕੇ ਜਿਹੜਾ ਇਹਨਾਂ ਨੇ ਬੈਲਟ ਬਾਕਸ ਜੀਗੇ ਜਿਹੜੇ ਪਰਦੇ ਦੇ ਪਿੱਛੇ ਰੱਖੇ ਸੀਗੇ। ਜਦੋਂ ਇਹ ਇਲੈਕਸ਼ਨ ਦਾ ਰਿਜ਼ਲਟ ਡਿਕਲੇਅਰ ਕੀਤਾ ਇਹਦੇ ਵਿੱਚ ਇਹਨਾਂ ਨੇ 2378 ਵੋਟਾਂ ਜਿਹੜੀਆਂ ਪੋਲ ਹੋਣੀਆਂ ਦੱਸੀਆਂ। ਮੈਂ ਇਹ ਦੱਸਣਾ ਚਾਹੁੰਦਾ ਵੀ 80% ਸਾਡੀ ਜਿਹੜੀ ਕਚਹਿਰੀ ਦੇ ਐਡਵੋਕੇਟਸ ਦੇ ਚੈਂਬਰ ਨੇ ਉਹ ਲੋਕ ਨੇ ਅੱਜ ਵੀ ਔਰ 80% ਐਡਵੋਕੇਟਸ ਜੋ ਕਿ ਕਰੋਨਾ ਦੀ ਮਹਾਮਾਰੀ ਕਰਕੇ ਅਦਾਲਤ ਵਿੱਚ ਨਹੀਂ ਆ ਰਹੇ ਤੇ ਅਦਾਲਤਾਂ ਵੀ ਸਾਡੀਆਂ ਰੈਗੂਲਰ ਨਹੀਂ ਚੱਲ ਰਹੀਆਂ। ਇਹ ਜਿਹੜੀਆਂ 2378 ਵੋਟਾਂ ਇਹਨਾਂ ਨੇ ਦਿਖਾਈਆਂ ਇਹ ਬੋਗਸ ਵੋਟਾਂ ਪੋਲ ਕਰਾਈਆਂ ਨੇ, ਜਦ ਕਿ ਅਸਲ ਦੇ ਵਿੱਚ ਜਿਹੜੀਆਂ ਇਹ ਵੋਟਾਂ ਪੋਲ ਹੋਈਆਂ ਨੇ ਉਹ ਸਾਰੀਆਂ ਵੋਟਾਂ ਜਿਹੜੀਆਂ ਨੇ 1400 ਤੋਂ 1500 ਦੇ ਵਿੱਚ ਪੋਲ ਹੋਈਆਂ ਨੇ। ਇਹਨਾਂ ਨੇ ਜਿਹੜੀ ਇਹ ਜਾਲੀ ਵੋਟਿੰਗ ਕਰਕੇ ਇਹ ਸਿਰਫ ਇਸ ਲਈ ਕੀਤੀ ਹੈ ਵੀ ਆਪਣੀ ਧਾਂਤ ਜਮਾਈ ਜਾਵੇ, ਆਪਣੀ ਧਾਂਤ ਜਮਾ ਕੇ ਇਸ ਬਾਰ ਦੇ ਸੱਤਾ ਦੇ ਉੱਤੇ ਆਪਾਂ ਕਾਬਜ਼ ਹੋ ਸਕੀਏ। ਇਹ ਸਿਰਫ ਇੱਕ ਵੱਡੀ ਪਲਾਨਿੰਗ ਦਾ ਇੱਕ ਹਿੱਸਾ ਹੈਗਾ। ਕੁਝ ਬੰਦੇ ਆਪਣੀ ਇਸ ਬਾਰ ਦੇ ਉੱਤੇ ਸੱਤਾ ਜਮਾਉਣ ਲਈ ਉਹਨਾਂ ਨੇ ਇਹ ਪ੍ਰੋਸੀਜਰ ਅਡੋਪਟ ਕੀਤਾ। ਜਦੋਂ ਮੈਂ ਇਹਨਾਂ ਤੋਂ ਇਹ ਕੀਤੀ ਹੋਈ ਧਾਂਦਲੀ ਦਾ ਬਾਰ ਦੇ ਵਿੱਚੋਂ ਰਿਕਾਰਡ ਮੰਗਿਆ ਆਰਓ ਤੋਂ ਤੇ ਚੇਅਰਮੈਨ ਤੋਂ 10/11/2020 ਨੂੰ ਮੈਂ ਇੱਕ ਐਪਲੀਕੇਸ਼ਨ ਮੂਵ ਕੀਤੀ ਆਰਓ ਨੂੰ ਵੀ ਤਾਂ ਕਿ ਸਾਨੂੰ ਇਹ ਜਿਹੜਾ ਰਿਕਾਰਡ ਹੈ ਬਾਰ ਦਾ ਰਿਕਾਰਡ ਸਾਨੂੰ ਵੋਟਾਂ ਦਾ ਦਿੱਤਾ ਜਾਵੇ। ਉਹਨੇ ਸਾਨੂੰ ਰਿਕਾਰਡ ਨਹੀਂ ਵੀ ਕੋਈ ਪ੍ਰੋਵਾਈਡ ਕਰਵਾਇਆ। ਅਸੀਂ ਉਹਨਾਂ ਨੂੰ ਬਾਰ-ਬਾਰ ਮਿੰਨਤਾਂ ਕੀਤੀਆਂ ਵੀ ਸਾਨੂੰ ਇਸ ਬਾਰੇ ਦੱਸਿਆ ਜਾਵੇ ਵੀ ਕਿਹੜੇ-ਕਿਹੜੇ ਕੈਂਡੀਡੇਟਸ ਨੂੰ ਕਿੰਨੀ ਵੋਟ ਕਾਸਟ ਹੋਈ ਹੈ, ਟੋਟਲ ਵੋਟ ਕਿੰਨੀ ਕਾਸਟ ਹੋਈ ਹੈ, ਕਿੰਨੀਆਂ ਵੋਟਾਂ ਤੁਸੀਂ ਅਲਾਓ ਕੀਤੀਆਂ ਨੇ ਐਪਲੀਕੇਸ਼ਨ ਦੇ ਬੇਸ ਦੇ ਉੱਤੇ ਔਰ ਕਿਹੜੇ-ਕਿਹੜੇ ਵੋਟਰ ਨੂੰ ਤੁਸੀਂ ਅਲਾਓ ਕੀਤਾ ਔਰ ਕੀ ਇਹ ਬਾਰ ਕੌਂਸਲ ਦੇ ਰੂਲ ਦੇ ਮੁਤਾਬਕ ਜੋ ਕਿ ਸਾਡੀ ਬਾਰ ਕੌਂਸਲ ਨੇ ਇਹ ਰੂਲ ਬਣਾਇਆ ਹੋਇਆ ਵੀ ਵੋਟ ਕਾਸਟ ਕਰਨ ਤੋਂ ਪਹਿਲਾਂ 31 ਮਾਰਚ ਤੱਕ ਸਾਰੇ ਐਡਵੋਕੇਟਸ ਤੋਂ ਇੱਕ ਇਨ ਦੀ ਸ਼ੇਪ ਆਫ ਐਫੀਡੇਵਿਟ ਔਰ ਡੈਕਲੇਰੇਸ਼ਨ ਲੈਣੀ ਹੈ ਵੀ ਤਾਂ ਕਿ ਉਸਨੇ ਵੋਟ ਜਿਹੜੀ ਹੈ ਇਸੇ ਬਾਰ 'ਚ ਕਾਸਟ ਕਰਨੀ ਹੈ ਔਰ ਉਹ ਕੋਈ ਵੀ ਹੋਰ ਨੌਕਰੀ ਜਾਂ ਕੋਈ ਬਿਜ਼ਨਸ ਵਗੈਰਾ ਨਹੀਂ ਕਰਦਾ। ਇਸ ਉਲੰਘਣਾ ਕੀਤੀ ਗਈ ਹੈ, ਇਸ ਬਾਰ ਕੌਂਸਲ ਦੇ ਰੂਲ ਦੀ ਉਲੰਘਣਾ ਕੀਤੀ ਗਈ ਹੈ ਵੀ ਆਰਓ ਨੇ ਨਾ ਹੀ ਪੁਰਾਣੀ ਐਗਜ਼ੈਕਟਿਵ ਕਮੇਟੀ ਨੇ ਨਾ ਚੇਅਰਮੈਨ ਨੇ ਜਿਹੜਾ ਨਿਯੁਕਤ ਕੀਤਾ ਹੋਇਆ ਸੀਗਾ
ਵੀ ਕਿਸੇ ਵੀ ਐਡਵੋਕੇਟ ਤੋਂ ਕੋਈ ਵੀ ਐਫੀਡੇਵਿਟ ਨਹੀਂ ਲਿਆ ਵੀ ਤੁਸੀਂ ਜਿਹੜੀ ਵੋਟ ਹੈ ਵੀ ਇਸ ਵਾਰ 'ਚ ਕਾਸਟ ਕਰਨੀ ਹੈ ਜਾਂ ਕਿਸੇ ਹੋਰ ਵਾਰਾਂ 'ਚ ਕਾਸਟ ਕਰਨੀ ਹੈ। ਇਸ ਕਰਕੇ ਜਿਹੜੀ ਹੈ ਇਹਦੇ ਵਿੱਚ ਮੇਜਰ ਜਿਹੜੀਆਂ ਉਲੰਘਣਾ ਕੀਤੀਆਂ ਗਈਆਂ ਨੇ ਉਹਨਾਂ ਨੂੰ ਮੈਂ ਮੱਦੇ ਨਜ਼ਰ ਰੱਖਦੇ ਹੋਏ ਮੈਂ ਇੱਕ ਦਰਖਾਸਤ, ਇੱਕ ਇਲੈਕਸ਼ਨ ਪਟੀਸ਼ਨ ਮਾਣਯੋਗ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਦੇ ਵਿੱਚ ਦਾਇਰ ਕੀਤੀ ਹੈ। ਉਹਦੇ ਵਿੱਚ ਮੈਂ ਆਰਓ ਨੂੰ, ਚੇਅਰਮੈਨ ਨੂੰ, ਅਬਜ਼ਰਵਰ ਨੂੰ ਤੇ ਜਿਹੜੇ ਕੈਂਡੀਡੇਟਸ ਨੇ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਮੈਂ ਉਹਨਾਂ ਨੂੰ ਪਾਰਟੀ ਬਣਾਇਆ ਤੇ ਮਾਣਯੋਗ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਨੇ ਮੇਰੀ ਜਿਹੜੀ ਪਟੀਸ਼ਨ ਹੈ ਉਹਨੂੰ ਅਸੈਪਟ ਕੀਤਾ ਔਰ ਅਸੈਪਟ ਕਰਕੇ ਇਹਨਾਂ ਰਿਸਪੋਂਡੈਂਟ ਨੂੰ ਨੋਟਿਸ ਜਾਰੀ ਕਰ ਦਿੱਤਾ ਤੇ ਰਿਪੋਰਟ ਜਿਹੜਾ ਰਿਕਾਰਡ ਹੈਗਾ ਵਾ ਇਹਦਾ ਇਲੈਕਸ਼ਨ ਦਾ ਉਹ ਕਾਲ ਕਰ ਲਿਆ, ਜਿਸ ਦੀ ਅਗਲੀ ਤਰੀਕ 2/12/2020 ਹੈਗੀ ਹੈ ਔਰ ਜਲਦ ਹੀ ਜਲਦ ਇਹਦੇ ਜਿਹੜੀ ਇਲੈਕਸ਼ਨ ਕਮੇਟੀ ਬਣਾਈ ਗਈ ਸੀ ਇਹਨਾਂ ਵੱਲੋਂ ਕੀਤੇ ਹੋਏ ਜੋ ਵੀ ਧਾਂਦਲੀਆਂ ਜੋ ਵੀ ਅੰਦਰ ਇਹਨਾਂ ਨੇ ਕੀਤੀਆਂ, ਆਪਣੀ ਮਨਮਰਜ਼ੀਆਂ ਕੀਤੀਆਂ, ਆਰਬਿਟਰੇਰੀ ਤਰੀਕੇ ਨਾਲ ਇਹਨਾਂ ਨੇ ਜਿਹੜੀ ਇਲੈਕਸ਼ਨ ਕਰਾਈ ਹੈ ਉਹਦਾ ਪਰਦਾਫਾਸ਼ ਹੋ ਸਕੂਗਾ। ਜਲਦ ਤੋਂ ਜਲਦ ਇਹ ਜਿਹੜੀ ਇਲੈਕਸ਼ਨ ਪਟੀਸ਼ਨ ਸਾਡੀ ਜਿਹੜੀ ਹੈ ਮਾਣਯੋਗ ਬਾਰ ਕੌਂਸਲ ਇਹਨੂੰ ਅਸੈਪਟ ਕਰੂਗੀ ਕਿਉਂਕਿ ਇਹਨਾਂ ਦੀਆਂ ਕੀਤੀਆਂ ਹੋਈਆਂ ਧਾਂਦਲੀਆਂ ਜਿਹੜੀਆਂ ਹੈਗੀਆਂ ਉਹ ਸਾਹਮਣੇ ਆ ਜਾਣਗੀਆਂ ਉਹਨਾਂ ਦੇ। ਤੇ ਮੈਂ ਇਸ ਪਟੀਸ਼ਨ ਦੇ ਰਾਹੀਂ ਜਿਹੜੀ ਇਹਨਾਂ ਨੇ ਲੜਾਈ ਹੋਈ ਇਲੈਕਸ਼ਨ ਆ ਉਹਨੂੰ ਖਾਰਜ ਕਰਨ ਦੀ ਮੈਂ ਮਾਣਯੋਗ ਬਾਰ ਕੌਂਸਲ ਦੇ ਕੋਲੇ ਹਮਾਇਤ ਕੀਤੀ ਹੈ ਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਵੀ ਇਸ ਨੂੰ ਦੁਬਾਰਾ ਐਡਮਿਨਿਸਟ੍ਰੇਸ਼ਨ ਦੀ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਜ਼ਰੀਏ ਦੇ ਤਰੀਕੇ ਦੇ ਵਿੱਚ ਉਹਨਾਂ ਦੀ ਸਹਾਇਤਾ ਦੇ ਨਾਲ ਇਹ ਇਲੈਕਸ਼ਨ ਦੁਬਾਰਾ ਕਰਾਈ ਜਾਵੇ ਤਾਂ ਕਿ ਜਿਹੜੇ ਚੰਗੇ ਕੈਂਡੀਡੇਟਸ ਹੈਗੇ ਆ ਜਾਂ ਚੰਗੇ ਇਮਾਨਦਾਰੀ ਨਾਲ ਜਿਹੜੀ ਇਲੈਕਸ਼ਨ ਇਹ ਹੋ ਸਕੇ, ਚੰਗੇ ਕੈਂਡੀਡੇਟਸ ਨੂੰ ਇਹ ਮੌਕਾ ਮਿਲ ਸਕੇ। ਸਰ ਜਿੱਦਾਂ ਦੇਖਿਆ ਹੋਵੇ ਅੱਗੇ ਵੀ ਚੋਣਾਂ ਹੋਈਆਂ, ਚੇਅਰਮੈਨ ਦਾ ਪਦ ਅੱਗੇ ਰੱਖਿਆ ਜਾਂਦਾ ਸੀ। ਇਹ ਗੱਲ ਪਹਿਲੀ ਵਾਰੀ ਇਤਿਹਾਸ ਵਿੱਚ ਦੇਖੀ ਗਈ ਹੈ ਵੀ ਇੱਕ ਇਲੈਕਸ਼ਨ ਕਮੇਟੀ ਦਾ ਹੈੱਡ ਜਿਹੜਾ ਹੈਗਾ ਚੇਅਰਮੈਨ ਬਣਾਇਆ ਗਿਆ। ਇਹਦਾ ਨਾ ਤਾਂ ਸਾਡੇ ਕਿਤੇ ਕਨਸਟੀਟਿਊਸ਼ਨ ਦੇ ਵਿੱਚ ਤੇ ਨਾ ਹੀ ਕਿਸੇ ਬਾਰ ਕੌਂਸਲ ਦੇ ਕਨਸਟੀਟਿਊਸ਼ਨ ਦੇ ਵਿੱਚ ਇਹਦੀ ਕੋਈ ਪ੍ਰੋਵੀਜ਼ਨ ਹੈਗੀ ਹੈ। ਇਹ ਜਿਹੜਾ ਚੇਅਰਮੈਨ ਲਗਾਇਆ ਹੋਇਆ ਵਾ ਅਨਸੰਵਿਧਾਨਿਕ ਲਾਇਆ ਗਿਆ ਵਾ, ਆਰਬਿਟਰੇਟਰੀ ਲਾਇਆ ਗਿਆ ਔਰ ਕਿਸੇ ਦੇ ਕਹਿਣ ਦੇ ਮੁਤਾਬਕ ਲਗਾਇਆ ਗਿਆ।